ਸਤਿ ਸ੍ਰੀ ਅਕਾਲ। ਤੁਸੀਂ ਲੋਕ ਰਾਣੀ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਇਸ ਵੇਲੇ ਉੱਗੇ ਅਰਥ ਵਿਗਿਆਨੀ ਡਾਕਟਰ ਗਿਆਨ ਸਿੰਘ ਮੌਜੂਦ ਨੇ। ਅਸੀਂ ਉਹਨਾਂ ਤੋਂ ਜਾਣਾਂਗੇ ਕਿ ਮੌਜੂਦਾ ਖੇਤੀ ਸੰਘਰਸ਼ ਜਿਹੜਾ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ, ਉਸ ਦੀ ਦਸ਼ਾ ਤੇ ਦਿਸ਼ਾ ਕਿਸ ਤਰ੍ਹਾਂ ਲੱਗਦੀ ਹੈ ਉਹਨਾਂ ਨੂੰ। ਦੂਜਾ, ਐਮਐਸਪੀ ਤੇ ਏਪੀਐਮਸੀ ਨੂੰ ਲੈ ਕੇ ਅਸੀਂ ਡਿਟੇਲ ਵਿੱਚ ਜਾਣਾਂਗੇ ਕਿ ਆਖਿਰਕਾਰ ਇਹ ਕਿਸ ਤਰ੍ਹਾਂ ਤੈਅ ਹੁੰਦੀ ਹੈ। ਸਰਕਾਰ ਕੱਲ ਕਹਿ ਕੇ ਗਈ ਆ, ਖੇਤੀ ਮੰਤਰੀ ਕਹਿੰਦੇ ਨੇ ਕਿ ਅਸੀਂ ਜਿਹੜਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਹੈ, ਕਿੰਨੀ ਕੁ ਸੱਚਾਈ ਹੈ ਉਹਦੇ ਵਿੱਚ, ਉਸ ਉੱਤੇ ਵੀ ਗੱਲਬਾਤ ਕਰਾਂਗੇ। WTO ਦਾ ਰੋਲ ਕੀ ਹੈ, ਉਹਦੇ ਉੱਤੇ ਵੀ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਲੋਕ ਰਾਣੀ ਚੈਨਲ ਪੰਜਾਬੀ ਤੇ। ਸ਼ੁਕਰੀਆ ਸੁਖਵਿੰਦਰ ਜੀ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅਸੀਂ ਮੌਜੂਦਾ ਕਿਸਾਨੀ ਸੰਘਰਸ਼ ਦੀ ਦੱਸ ਦਿਓ ਕਿ ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਸੰਘਰਸ਼ ਜਿਹੜਾ ਉਹ ਜਿੱਤ ਵੱਲ ਵੱਧਦਾ ਜਾ ਰਿਹਾ। ਮੈਨੂੰ ਪਹਿਲੀ ਗੱਲ ਤਾਂ ਇਹ ਲੱਗਦੀ ਹੈ ਕਿ ਇਹ ਸੰਘਰਸ਼ ਭਾਰਤ ਦੇ ਇਤਿਹਾਸ ਵਿੱਚ ਵਿਲੱਖਣ ਹੈ। ਇਹ ਵਿਲੱਖਣਤਾ ਇਸ ਗੱਲ 'ਚ ਹੈ ਕਿ ਇਸ ਤਰ੍ਹਾਂ ਦਾ ਸੰਘਰਸ਼ ਕਦੇ ਵੀ ਭਾਰਤ 'ਚ ਜਾਂ ਦੁਨੀਆ ਦੇ ਕਿਸੇ ਦੇਸ਼ ਵਿੱਚ ਅੱਜ ਤੱਕ ਨਹੀਂ ਹੋਇਆ ਹੈਗਾ। ਪਰ ਜਿਸ ਤਰ੍ਹਾਂ ਇਹ ਸੰਘਰਸ਼ ਸ਼ੁਰੂ ਹੋਇਆ, ਜਿੱਥੇ ਅੱਜ ਪਹੁੰਚ ਗਿਆ, ਇਹ ਆਪਣੇ ਆਪ 'ਚ ਇੱਕ ਵੱਡੀ ਪ੍ਰਾਪਤੀ ਹੈ ਕਿ ਲੋਕਤੰਤਰਕ ਅਤੇ ਸ਼ਾਂਤਮਈ ਢੰਗ ਨਾਲ ਜਿਸ ਤਰ੍ਹਾਂ ਇਹ ਸੰਘਰਸ਼ ਚੱਲ ਰਿਹਾ ਹੈ, ਇਹ ਇਕੱਲੇ ਭਾਰਤ 'ਚ ਨਹੀਂ, ਸਾਰੀ ਦੁਨੀਆ 'ਚ ਇਹਦੀ ਸਿਫਤ ਹੋ ਰਹੀ ਹੈਗੀ। ਇਹ ਸੰਘਰਸ਼ ਪੰਜਾਬ ਤੋਂ ਸ਼ੁਰੂ ਹੋਇਆ, ਅਗਵਾਈ ਪੰਜਾਬ ਦੇ ਕਿਸਾਨਾਂ ਦੀ ਹੈ, ਪਰ ਅੱਜ ਇਹ ਸੰਘਰਸ਼ ਜਿਹੜਾ ਹੈਗਾ ਪੂਰੇ ਭਾਰਤ ਦਾ ਨਹੀਂ, ਭਾਰਤ ਤੋਂ ਵੀ ਅੱਗੇ ਜਾ ਰਿਹਾ ਹੈਗਾ। ਤੇ ਜਿੰਨੇ ਪੰਜਾਬ ਤੋਂ ਬਾਹਰ ਬੈਠੇ ਜਾਂ ਭਾਰਤ ਤੋਂ ਬਾਹਰ ਬੈਠੇ ਲੋਕ ਹੈ, ਉਹ ਵੀ ਇਹਦੇ ਨਾਲ ਜੁੜ ਰਹੇ ਨੇ। ਸਗੋਂ ਬਹੁਤ ਸਾਰੇ ਦੇਸ਼ਾਂ ਚੋਂ ਉੱਥੇ ਦੇ ਜਿਹੜੇ ਰਾਜਸੀ ਲੋਕ ਹੈ, ਉਹ ਵੀ ਇਸ ਸੰਘਰਸ਼ ਦੀ ਸਿਫਤ ਕਰਦੇ ਹੈ। ਸਭ ਤੋਂ ਵੱਡੀ ਗੱਲ ਹੈ ਕਿ ਯੂਨਾਈਟਿਡ ਨੇਸ਼ਨਜ਼ ਨੇ ਵੀ ਕਿਹਾ ਕਿ ਇਹ ਸੰਘਰਸ਼ ਵਧੀਆ ਹੈ ਤੇ ਇਹ ਲੋਕਾਂ ਦਾ ਹੱਕ ਹੈ ਸ਼ਾਂਤਮਈ ਢੰਗ ਨਾਲ ਜਿਹੜਾ ਆਪਦਾ ਰੋਸ ਕਰਨ ਦਾ, ਸੰਘਰਸ਼ ਕਰਨ ਦਾ ਜਾਂ ਵਿਖਾਵਾ ਕਰਨ ਦਾ। ਤੇ ਸੋ ਇਹ ਸੰਘਰਸ਼ ਜਿਸ ਤਰ੍ਹਾਂ ਅੱਜ ਚੱਲ ਰਿਹਾ ਹੈ, ਇਹ ਬਹੁਤ ਹੀ ਵਧੀਆ ਪੜਾਅ ਤੇ ਪਹੁੰਚ ਗਿਆ। ਭਾਵੇਂ ਕੇਂਦਰ ਸਰਕਾਰ ਆਪਦੀ ਜਿੱਦ ਕਾਰਨ ਇਹ ਜਿਹੜੇ ਕਾਲੇ ਕਾਨੂੰਨ ਖੇਤੀ ਦੇ ਬਣਾਏ ਨੇ ਉਹਨਾਂ ਨੂੰ ਰੱਦ ਕਰਨ ਲਈ ਹਾਲੇ ਅੜੀ ਹੋਈ ਹੈ, ਪਰ ਜਿੱਧਰ ਨੂੰ ਸੰਘਰਸ਼ ਚੱਲ ਰਿਹਾ ਹੈ, ਇਹ ਲੱਗਦਾ ਇਹ ਹੈ ਕਿ ਇਹ ਸਿਰਫ ਕਾਲੇ ਕਾਨੂੰਨ ਹੀ ਰੱਦ ਨਹੀਂ ਹੋਣਗੇ, ਸਗੋਂ ਇਹਦੇ ਨਾਲ ਪੂਰੇ ਬਹੁਤ ਸਾਰੇ ਹੋਰ ਬਦਲਾਅ ਵੀ ਆਉਣਗੇ, ਜਿਨ੍ਹਾਂ 'ਚ ਸੰਘੀ ਢਾਂਚੇ ਦੀ ਮਜ਼ਬੂਤੀ ਹੈਗੀ, ਆਰਥਿਕ ਵਿਕਾਸ ਮਾਡਲ ਦਾ ਬਦਲਣਾ ਹੈਗਾ, ਜਾਂ ਸੰਘਰਸ਼ ਕਰਨ ਦੇ ਤੌਰ ਤਰੀਕੇ ਬਦਲਣੇ ਹੈਗੇ। ਹਾਂਜੀ ਜੀ ਡਾਕਟਰ ਸਾਹਿਬ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਹਿ ਰਹੇ ਸੀ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਅਸੀਂ ਕੰਮ ਕੀਤਾ। ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਕੰਮ ਕੀਤਾ ਹੈ, ਕਿ ਕਿਹੜਾ ਜਿਹੜਾ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ, ਉਹ ਵੀ ਦੱਸ ਦਿਓ। ਇਹ ਸੁਖਵਿੰਦਰ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੈ, ਉਹਦੀਆਂ ਮੇਜਰ ਰਿਕਮੈਂਡੇਸ਼ਨ 11 ਨੇ। ਇਹ ਤਾਂ ਜਿਹੜੀ ਗੱਲ ਹੋ ਰਹੀ ਹੈ, ਉਹਦਾ ਮਿਨੀਮਮ ਸਪੋਰਟ ਪ੍ਰਾਈਸ ਦੀ ਹੈਗੀ ਇੱਕ ਛੋਟੀ ਜਿਹੀ ਰਿਕਮੈਂਡੇਸ਼ਨ ਹੈ। ਬਾਕੀ 10 ਬਾਰੇ ਨਾ ਤਾਂ ਯੂਪੀਏ ਦੇ ਵਿੱਚ ਕੋਈ ਯੂਪੀਏ ਦਾ ਡਿਸਕਸ਼ਨ ਹੀ ਨਹੀਂ ਹੋਈ, ਨਾ ਤਾਂ ਇਹਨਾਂ ਨੇ ਗੱਲ ਕੀਤੀ ਹੈ। ਤੇ ਬਹੁਤੀਆਂ ਲੋਕ ਜਿਹੜੇ MS ਸਵਾਮੀਨਾਥਨ ਦੀ ਰਿਕਮੈਂਡੇਸ਼ਨ ਦੀ ਮੰਗ ਕਰਦੇ ਨੇ ਵੀ ਹੋਣੀ ਚਾਹੀਦੀ ਹੈ, ਉਹ ਵੀ ਸਿਰਫ ਖੇਤੀਬਾੜੀ ਏਜੰਟਾਂ ਦੀਆਂ ਘੱਟੋ ਘੱਟ ਸਮਰਥਨ ਕੀਮਤਾਂ ਤੱਕ ਸੀਮਿਤ ਹੋ ਕੇ ਰਹਿ ਜਾਂਦੇ ਨੇ। ਜਿਹੜੀ ਗੱਲ ਨਰਿੰਦਰ ਤੋਮਰ ਉਹਨਾਂ ਦੀ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਮੰਨ ਲਿਆ ਹੈਗਾ, ਉਹ ਕੋਰਾ ਝੂਠ ਹੈ। 2014 ਦੀ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਅਸੀਂ ਮੰਨਾਂਗੇ, ਤੇ ਉਸ ਤੋਂ ਬਾਅਦ ਸੁਪਰੀਮ ਕੋਰਟ 'ਚ ਹਲਫੀਆ ਬਿਆਨ ਦੇ ਕੇ ਕਹਿਤਾ ਸੀ ਕਿ ਅਸੀਂ ਇਹਨੂੰ ਮੰਨ ਨਹੀਂ ਸਕਦੇ, ਕਿਉਂਕਿ ਜੇ ਇਹਨੂੰ ਮੰਨਾਂਗੇ ਤਾਂ ਮੰਡੀ ਲੜਖੜਾ ਜੂਗੀ। ਉਸ ਮੌਕੇ ਵੀ NDA ਫਾਸਟ ਨੂੰ ਮੰਡੀ ਦਾ ਜ਼ਿਆਦਾ ਫਿਕਰ ਸੀ, ਕਿਸਾਨਾਂ ਦਾ ਜਾਂ ਖੇਤੀਬਾੜੀ ਖੇਤਰ ਦਾ ਬਿਲਕੁਲ ਫਿਕਰ ਨਹੀਂ ਸੀ। ਪਰ ਹੁਣ ਫਿਰ ਆ ਕੇ ਜਦ ਇਸ ਨਵੇਂ ਕਾਨੂੰਨ ਬਣਾਉਣ ਤੋਂ ਪਹਿਲਾਂ NDA ਸੈਕੰਡ ਦੇ ਵਿੱਚ ਇਹਨਾਂ ਨੇ ਕਿਹਾ ਕਿ ਇਹਨੂੰ ਅਸੀਂ ਲਾਗੂ ਕਰਤਾ। ਲਾਗੂ ਕਰਨ ਲਈ ਇਹ ਪੈਮਾਨਾ ਬਦਲ ਲਿਆ। ਸਵਾਮੀਨਾਥਨ ਦੀ ਰਿਕਮੈਂਡੇਸ਼ਨ ਹੈਗੀ C2 + 50% ਪ੍ਰੋਫਿਟ। C2 ਦਾ ਭਾਵ ਹੈ ਕਿਸਾਨ ਨੇ ਆਪਣੇ ਕੋਲੋਂ ਜਿੰਨੇ ਸਾਧਨ ਵਰਤੇ ਨੇ, ਮੰਡੀ 'ਚੋਂ ਜਿੰਨੇ ਸਾਧਨ ਲਏ ਆ, ਉਹਨਾਂ ਨੂੰ ਉਤਪਾਦਨ ਲਾਗਤ ਦਾ ਆਧਾਰ ਮੰਨਿਆ ਜਾਵੇ, ਉਤਪਾਦਨ ਲਾਗਤ ਮੰਨਿਆ ਜਾਵੇ, ਉਹਦੇ 50% ਪ੍ਰੋਫਿਟ ਦਿੱਤਾ ਜਾਵੇ। ਅੱਜ ਤੱਕ ਵੀ ਜਿਹੜੀਆਂ ਮਿਨੀਮਮ ਸਪੋਰਟ ਪ੍ਰਾਈਸਿਸ 23 ਏਜੰਟਾਂ ਦੀਆਂ ਨਿਸ਼ਚਿਤ ਹੋ ਰਹੀਆਂ ਨੇ, ਉਹ ਜੋ ਮੁੱਖ ਦੋ ਨੇ ਕਣਕ ਅਤੇ ਧਾਨ ਦੀਆਂ, ਉਹ ਵੀ ਇਸ ਬੇਸਿਸ ਤੇ ਨਹੀਂ ਕੀਤੀਆਂ ਜਾ ਰਹੀਆਂ। ਇਹਦਾ ਵੱਖ-ਵੱਖ ਲੋਕਾਂ ਨੇ ਵਿਸ਼ਲੇਸ਼ਣ ਕੀਤਾ, ਮੈਂ ਵੀ ਇਹਦੇ ਤੇ ਆਰਟੀਕਲ ਲਿਖੇ ਨੇ। ਤੇ ਸੋ ਇਹ ਕੋਰਾ ਝੂਠ ਹੈ ਕਿ ਸਵਾਮੀਨਾਥਨ ਕਮਿਸ਼ਨ ਦੀ ਇਹ ਰਿਕਮੈਂਡੇਸ਼ਨ ਵੀ ਮੰਨ ਲਈ ਗਿਆ, ਬਾਕੀ ਦਾ 10 ਬਾਰੇ ਕਿਸੇ ਨੇ ਧਿਆਨ ਨਹੀਂ ਦਿੱਤਾ ਹੈਗਾ। ਡਾਕਟਰ ਸਾਹਿਬ, ਇੱਕ ਇਹ ਕਹਿੰਦੇ ਨੇ ਕਿ MSP ਤੇ ਕਾਨੂੰਨ ਅਸੀਂ ਨਹੀਂ ਬਣਾ ਸਕਦੇ, ਇਹ ਕਹਿੰਦੇ ਨੇ ਕਿ ਬੰਦਸ਼ਾਂ ਇਸ ਗੱਲ ਦੀਆਂ ਕਿ ਪੂਰੇ ਮੁਲਕ ਦੇ ਵਿੱਚ ਫਿਰ ਜਿਹੜਾ
ਨੇ, ਵੱਖੋ ਵੱਖਰੀਆਂ ਫਸਲਾਂ ਨੇ, ਇਹਨੂੰ ਕਿੱਦਾਂ ਦੇਖਦੇ ਹੋ? MSP ਤੈਅ ਕਿੱਦਾਂ ਹੁੰਦੀ ਹੈ? ਦੇਖੋ, ਜਿਹੜੀ MSP ਹੈ ਉਹ ਤਾਂ 1965 ਚ ਕਮਿਸ਼ਨ ਬਣਿਆ ਸੀ, ਐਗਰੀਕਲਚਰ ਕਮਿਸ਼ਨ, ਐਗਰੀਕਲਚਰ ਪ੍ਰਾਈਸਿਸ ਕਮਿਸ਼ਨ। ਉਹ 1965 ਤੋਂ ਹੀ ਕੇਂਦਰ ਸਰਕਾਰ ਨੂੰ ਸਿਫਾਰਿਸ਼ ਕਰਦਾ ਰਿਹਾ, ਕੇਂਦਰ ਸਿਫਾਰਿਸ਼ ਮੰਨਦੀ ਆ ਰਹੀ ਹੈ। 5 ਸਾਲ ਇਹ ਸਿਫਾਰਿਸ਼ਾਂ ਕਿਸਾਨਾਂ ਦੇ ਹੱਕ 'ਚ ਰਹੀਆਂ, ਕਿਉਂਕਿ ਉਸ ਮੌਕੇ ਦੇਸ਼ ਅਨਾਜ ਪਦਾਰਥਾਂ ਦੀ ਭਾਰੀ ਥੋੜ ਦਾ ਸਾਹਮਣਾ ਕਰ ਰਿਹਾ ਸੀ। ਅਮਰੀਕਾ ਤੋਂ PL 480 ਅਧੀਨ ਅਸੀਂ ਉਹਦੀਆਂ ਸ਼ਰਤਾਂ ਮੰਨ ਕੇ ਅਨਾਜ ਮੰਗਵਾ ਰਹੇ ਸੀ। ਉਸ ਮੌਕੇ ਜਿਹੜਾ ਹੈਗਾ 5 ਸਾਲ ਇਹਦੀਆਂ ਕੀਮਤਾਂ ਕਿਸਾਨਾਂ ਦੇ ਹੱਕ 'ਚ ਰਹੀਆਂ। ਪਰ 1970 ਤੋਂ ਲੈ ਕੇ ਪਿਛਲੇ 50 ਸਾਲਾਂ 'ਚ ਇਸ ਕਮਿਸ਼ਨ ਦੀਆਂ ਰਿਕਮੈਂਡੇਸ਼ਨ ਕਿਸਾਨਾਂ ਦੇ ਹੱਕ 'ਚ ਨਹੀਂ, ਸਗੋਂ ਕਿਸਾਨਾਂ ਦੇ ਵਿਰੁੱਧ ਭੁਗਤ ਰਹੀਆਂ ਨੇ। ਤੇ ਇਹਦਾ ਕ੍ਰਿਟਿਸਿਜ਼ਮ ਵੀ ਸ਼ੁਰੂ ਹੋ ਗਿਆ ਸੀ ਕਿਸਾਨ ਜਥੇਬੰਦੀਆਂ ਵੱਲੋਂ, ਕੁਝ ਰਾਜਸੀ ਪਾਰਟੀਆਂ ਵੱਲੋਂ। ਤੇ ਹੌਲੀ ਹੌਲੀ ਉਹ ਵਿਰੋਧ ਤੇ ਨੁਕਤਾਚੀਨੀ ਇੰਨੀ ਵੱਧਦੀ ਗਈ, ਕੇਂਦਰ ਸਰਕਾਰ ਨੇ 23 ਫਰਵਰੀ 1987 ਨੂੰ ਜਿਹੜਾ ਹੈਗਾ ਇਸ ਕਮਿਸ਼ਨ ਦਾ ਨਾਮ ਬਦਲ ਕੇ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਰੱਖ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਿਵੇਂ ਇਹ ਕਮਿਸ਼ਨ ਆਪਣੀਆਂ ਸਿਫਾਰਿਸ਼ਾਂ ਕਰਨ ਮੌਕੇ ਉਤਪਾਦਨ ਲਾਗਤਾਂ ਨੂੰ ਦਾ ਆਧਾਰ ਬਣਾਉਂਦਾ ਹੋਵੇ। ਪਰ ਉਹਦਾ ਕੋਰਾ ਝੂਠ ਸੀ, ਉਹਦਾ ਪੁਰਾਣੀ ਗੱਲ ਹੈ। ਹੁਣ ਵੀ ਜਿਹੜੀ ਹੈ NDA ਦੀ ਸਰਕਾਰ, ਉਹ ਵੀ ਜਿਹੜਾ ਹੈਗਾ C2 + 50% ਤੇ ਅੱਜ ਵੀ ਨਹੀਂ ਆਈ ਹੈਗੀ। ਉਹਨੇ C2 ਨੂੰ ਹੀ ਛੋਟਾ ਕਰ ਲਿਆ ਹੈਗਾ, ਜੇ ਮਤਲਬ ਉਹਨੂੰ C1 ਤੇ ਲਿਆਂਦਾ ਹੈਗਾ। ਇਸ ਲਈ ਉਹ ਸਾਰਾ ਜਿਹੜਾ ਹੈਗਾ ਗਲਤ ਕੈਲਕੂਲੇਸ਼ਨ ਹੈ। ਜੇ ਕਿਸੇ ਬੰਦੇ ਦੀ ਲੰਬਾਈ ਵਧਾਉਣੀ ਹੋਵੇ ਤਾਂ ਮਾਪ ਨੂੰ ਅੱਧਾ ਕਰ ਲਈਏ, ਲੰਬਾਈ ਦੁੱਗਣੀ ਹੋ ਜਾਊਗੀ। ਜੇ ਲੰਬਾਈ ਘਟਾਉਣੀ ਹੋਵੇ, ਮਾਪ ਨੂੰ ਦੁੱਗਣਾ ਕਰ ਲਈਏ ਅੱਧੇ। ਉਹ ਉਸ ਤਰ੍ਹਾਂ ਦੀ ਗਿਣਤੀ ਮਿਣਤੀ 'ਚ ਹੇਰਾ ਫੇਰੀ ਵਾਲੀ ਗੱਲ ਹੈਗੀ। ਸੋ ਉਹ ਰਿਕਮੈਂਡੇਸ਼ਨ ਬਿਲਕੁਲ ਵੀ ਨਹੀਂ ਮੰਨੀ ਗਈ ਹੈਗੀ। ਜੀ ਡਾਕਟਰ ਸਾਹਿਬ, ਘੱਟੋ ਘੱਟ ਸਮਰਥਨ ਮੁੱਲ ਜਿਹੜਾ ਹੈ ਇਹ ਤੈਅ ਤਾਂ ਕਰ ਦਿੱਤੀ ਜਾਂਦੀ ਹੈ, ਪਰ ਉਹ ਭਾਅ ਜਿਹੜਾ ਮੰਡੀਆਂ ਦੇ ਵਿੱਚ ਫਸਲ ਦਾ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲਦਾ। ਇਹਦੇ ਲਈ ਤੁਸੀਂ ਕਿਹਨੂੰ ਦੋਸ਼ੀ ਮੰਨਦੇ ਹੋ? ਸੂਬਾ ਸਰਕਾਰਾਂ, ਕੇਂਦਰ ਸਰਕਾਰਾਂ? ਕਿਉਂਕਿ ਕਹਿ ਦਿੱਤਾ ਜਾਂਦਾ ਹੈ ਕਿ ਸੂਬਾ ਸਰਕਾਰ ਸਾਡੇ ਤੱਕ ਪਹੁੰਚ ਕਰੇ, ਅਸੀਂ ਤਾਂ ਦੇਸ਼ਦਾਰ ਹਾਂ, ਇੱਥੋਂ ਪਹੁੰਚ ਨਹੀਂ ਕੀਤੀ ਜਾਂਦੀ। ਤੁਸੀਂ ਇਹ ਦੇਖੋ, ਜਿਸ ਤਰ੍ਹਾਂ ਦਾ ਸਾਡੇ ਸੰਘੀ ਢਾਂਚੇ ਦੀ ਸੰਘੀ ਘੁੱਟ ਕੇ ਸੂਬਿਆਂ ਨੂੰ ਇੱਕ ਮਿਊਨਿਸਪੈਲਿਟੀਆਂ ਦੇ ਬਰਾਬਰ ਬਣਾ ਦਿੱਤਾ ਹੈ। ਸੂਬਾ ਸਰਕਾਰਾਂ ਕੋਲ ਆਪਦੀ ਐਗਰੀਕਲਚਰ ਪ੍ਰਾਈਸ ਪਾਲਿਸੀ ਹੋ ਨਹੀਂ ਸਕਦੀ, ਕਿਉਂਕਿ ਕੀਮਤਾਂ ਕੀਮਤਾਂ ਜਿਹੜੀਆਂ ਹੈਗੀਆਂ ਖੇਤੀਬਾੜੀ ਏਜੰਸੀਆਂ ਨਿਸ਼ਚਿਤ ਕਰਨੀਆਂ ਨੇ ਕੇਂਦਰ ਸਰਕਾਰ ਨੇ। ਖੇਤੀਬਾੜੀ ਉਤਪਾਦਨ ਲਈ ਜਿੰਨੇ ਸਾਧਨ ਵਰਤੇ ਜਾਣੇ ਨੇ ਉਹਦੀਆਂ ਕੀਮਤਾਂ ਨਿਸ਼ਚਿਤ ਕਰਨੀਆਂ ਨੇ, ਜਾਂ ਬੇਲਗਾਮ ਮੰਡੀ ਦੇ ਹਵਾਲੇ ਛੱਡਣਾ ਹੈ, ਉਹ ਕੇਂਦਰ ਸਰਕਾਰ ਨੇ। ਜਿਹੜਾ ਸੰਸਥਾਗਤ ਵਿੱਤ ਹੈ ਬੈਂਕਾਂ ਦਾ, ਜੋ ਉਹਦੇ ਵਰਗਾ ਕਰਨਾ ਕੇਂਦਰ ਸਰਕਾਰ ਨੇ। ਹੋਰ ਤਾਂ ਹੋਰ ਜਿਹੜਾ ਕੋਆਪਰੇਟਿਵ ਅਦਾਰਿਆਂ ਦਾ ਵਿੱਤ ਸੀ ਉਹਦੇ ਵੀ ਹੁਣ ਨਬਾਰਡ ਦੀ ਨਿਗਰਾਨੀ ਕਰ ਦਿੱਤੀ ਗਈ ਹੈ। ਕੁੱਲ ਮਿਲਾ ਕੇ ਵਿੱਤ ਦਾ ਵੀ ਉਹਨਾਂ ਕੋਲ ਹੈ। ਜਿਹੜੀਆਂ ਐਗਰੀਕਲਚਰ ਕਮੋਡਿਟੀਜ਼ ਇੰਪੋਰਟ ਕਰਨੀਆਂ, ਐਕਸਪੋਰਟ ਕਰਨੀ ਹੈ, ਉਹ ਇੰਪੋਰਟ ਐਕਸਪੋਰਟ ਪਾਲਿਸੀ ਸਾਰੀ ਕੇਂਦਰ ਸਰਕਾਰ ਕੋਲ ਹੈ। ਇਸ ਲਈ ਕੁੱਲ ਮਿਲਾ ਕੇ ਖੇਤੀਬਾੜੀ ਨਾਲ ਵੱਡੇ ਜਿਹੜੇ ਡਿਸੀਜਨ ਨੇ ਉਹ ਕੇਂਦਰ ਸਰਕਾਰ ਕੋਲ ਨੇ। ਅੱਜ ਕੇਂਦਰ ਸਰਕਾਰ ਖੇਤੀਬਾੜੀ ਤੇ ਖੇਤੀਬਾੜੀ ਏਜੰਸੀਆਂ ਦੀਆਂ ਕੀਮਤਾਂ ਜਿਹੜੀਆਂ ਨਿਸ਼ਚਿਤ ਕਰਦੀ ਹੈ। ਉਹ 'ਚੋਂ ਥੋੜ੍ਹੀ ਜਿਹੀ ਜਗ੍ਹਾ ਜਿਹੜਾ ਹੈਗਾ ਪੰਜਾਬ, ਹਰਿਆਣਾ, ਵੈਸਟਰਨ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਜਾਂ ਇਸ ਤਰ੍ਹਾਂ ਦੇ ਕੋਈ ਹੋਰ ਥੋੜ੍ਹੀ ਜਗ੍ਹਾ ਤੇ ਕਿੱਲਾ ਧਾਨ ਅਤੇ ਕਣਕ ਦੀ ਜਿਹੜੀ ਪ੍ਰੋਕਿਉਰਮੈਂਟ ਹੈ ਉਹ ਮੰਡੀਆਂ 'ਚੋਂ ਕਰਦੀ ਹੈਗੀ। ਇਸ ਲਈ ਜ਼ਿੰਮੇਵਾਰੀ ਇਹ ਕੇਂਦਰ ਸਰਕਾਰ ਦੀ ਬਣਦੀ ਹੈ ਕਿ ਕੇਂਦਰੀ ਅਨਾਜ ਭੰਡਾਰ ਲਈ ਇਹ ਸਾਰਾ ਕੁਝ ਕੀਤਾ ਹੈ। ਜਦ ਖੇਤੀਬਾੜੀ ਨੀਤੀ ਮੋਟੇ ਤੌਰ ਤੇ ਕੇਂਦਰ ਸਰਕਾਰ ਕੋਲ ਹੈ ਤਾਂ ਸੂਬਾ ਸਰਕਾਰਾਂ ਦੇ ਰੋਲ ਨੂੰ ਬਿਲਕੁਲ ਤਾਂ ਨਹੀਂ ਨਕਾਰਿਆ ਜਾ ਸਕਦਾ, ਪਰ ਕੁੱਲ ਮਿਲਾ ਕੇ ਵੱਡੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਬਣਦੀ ਹੈ। ਕੇਂਦਰ ਸਰਕਾਰ 23 ਜਿਣਸਾਂ ਦੀਆਂ ਕੀਮਤਾਂ ਨਿਸ਼ਚਿਤ ਕਰਕੇ ਉਹਦਾ ਘੱਟੋ ਘੱਟ ਸਮਰਥਨ ਕੀਮਤਾਂ ਦੇ ਲਾਗੂ ਕਰਨ ਦਾ ਢਿਡੋਰਾ ਬਹੁਤ ਪਿੜਦੀ ਹੈ। ਪਰ ਪੰਜਾਬ 'ਚ ਤੁਸੀਂ ਮੱਕੇ ਦੀ ਹਾਲਤ ਦੇਖ ਲਓ, 1850 ਉਹਦੀ ਮਿਨੀਮਮ ਸਪੋਰਟ ਪ੍ਰਾਈਸ ਹੈ, ਉਹ ਤਾਂ 1000 ਤੋਂ ਥੱਲੇ ਵੀ ਵਿਕਦੀ ਰਹੀ ਹੈਗੀ। ਸੋ ਕੇਂਦਰ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਜੀ। ਡਾਕਟਰ ਸਾਹਿਬ, ਇੱਥੇ ਇਸ ਕਿਸੇ ਗੱਲ ਦਾ ਕੋਈ ਖਦਸ਼ਾ ਰਹਿ ਜਾਂਦਾ ਵੀ ਜੇ ਮੰਨ ਲਓ ਕਿ ਸਰਕਾਰ ਨੇ MSP ਜਿਹੜੀ ਹੈ, ਹਾਂਜੀ, ਤੇ ਉਸ ਤੋਂ ਬਾਅਦ ਜੇ ਮੰਨ ਲਓ ਕਿ ਅੱਜ 1800 ਭਾਅ ਮਿਲਦਾ ਹੈ ਤੇ ਕੇਂਦਰ ਉੱਥੋਂ ਕੱਲ ਨੂੰ ਤੈਅ ਕਰਦੇ ਕਿ MSP ਤੇ ਅਸੀਂ ਤਾਂ 1000 ਰੁਪਏ ਹੀ ਦੇਣਾ, ਇਹ ਵੀ ਖਦਸ਼ਾ ਮੰਨ ਸਕਦੇ ਆ? ਇਹੀ ਤਾਂ ਰੌਲਾ ਨਾ ਵੀ MSP ਕਿਸ ਤਰ੍ਹਾਂ ਨਿਸ਼ਚਿਤ ਹੋਵੇ, ਹੈ ਨਾ ਜੀ। ਜਦ MSP ਕਾਸਟ ਆਫ ਪ੍ਰੋਡਕਸ਼ਨ + 50% ਪ੍ਰੋਫਿਟ ਦੀ ਗੱਲ ਕੀਤੀ ਜਾਂਦੀ ਹੈ ਸਵਾਮੀਨਾਥਨ ਕਮਿਸ਼ਨ ਦੀ ਰਿਕਮੈਂਡੇਸ਼ਨ ਵਾਲੀ, ਫਿਰ ਤਾਂ ਉਹ ਉਸ ਤਰ੍ਹਾਂ ਹੋਣੀ ਚਾਹੀਦੀ ਹੈ। ਪਰ ਉਹਦੇ ਵਿੱਚ ਵੀ ਬਹੁਤ ਸਾਰੀਆਂ ਊਣਤਾਈਆਂ ਨੇ ਕਿ ਕਾਸਟ ਆਫ ਪ੍ਰੋਡਕਸ਼ਨ ਸਾਰੇ ਦੇਸ਼ ਦੀ ਲਈ ਜਾਵੇ, ਫਿਰ ਉਹਦੀ ਐਵਰੇਜ ਲਈ ਜਾਵੇ, ਜਿਵੇਂ ਹੁਣ ਕੀਤਾ ਜਾਂਦਾ ਹੈਗਾ, ਭਾਵੇਂ ਉਹ C2 ਨਹੀਂ ਵੀ ਲਈ ਜਾਂਦੀ। ਜਦੋਂ ਕਿ ਹਾਈ ਕਾਸਟ ਆਫ ਪ੍ਰੋਡਕਸ਼ਨ ਏਰੀਆ, ਪਾਰਟੀਕੂਲਰਲੀ ਪੰਜਾਬ ਹੈ ਜਿਹੜਾ, ਉਹਦਾ ਵੀ ਘਾਟਾ ਰਹਿੰਦਾ ਹੈਗਾ। ਤੇ ਰੌਲਾ ਤਾਂ ਇਹ ਹੈ ਕਿ ਕਾਸਟ ਆਫ ਪ੍ਰੋਡਕਸ਼ਨ ਨੂੰ ਲੈ ਕੇ ਕਿਵੇਂ ਕੀਮਤਾਂ ਨਿਸ਼ਚਿਤ ਕਰਨੀਆਂ ਨੇ,
ਕਿਵੇਂ ਉਹਨਾਂ ਦੇ ਪ੍ਰਕਿਓਰ ਕਰਨਾ, ਉਹ ਸਾਰਾ ਕੇਂਦਰ ਸਰਕਾਰ ਤੇ ਨਿਰਭਰ ਕਰਨਾ ਹੈਗਾ। ਇਹਦੀਆਂ ਹੋਰ ਬਹੁਤ ਸਾਰੀਆਂ ਊਣਤਾਈਆਂ ਨੇ, ਪਰ ਕੁੱਲ ਮਿਲਾ ਕੇ ਹੈ ਕਿ ਕੇਂਦਰ ਸਰਕਾਰ ਇਸ ਗੱਲ ਤੋਂ ਭੱਜ ਰਹੀ ਹੈਗੀ। ਜਿਹੜਾ ਕਾਨੂੰਨ ਬਣਾਉਣ ਵਾਲੀ ਗੱਲ ਹੈ, ਖਰੀਦਿਆ ਨਹੀਂ ਜਾ ਸਕਦਾ। ਕਿਉਂ ਨਹੀਂ ਖਰੀਦਿਆ ਜਾ ਸਕਦਾ? 1951 ਚ ਸਾਡੀ 82% ਪਾਪੂਲੇਸ਼ਨ ਖੇਤੀਬਾੜੀ ਤੇ ਨਿਰਭਰ ਸੀ, ਉਹਨੂੰ ਰਾਸ਼ਟਰੀ ਆਮਦਨ ਚੋਂ 55% ਹਿੱਸਾ ਦਿੱਤਾ ਜਾਂਦਾ ਸੀ। ਹੁਣ 50% ਦੇਸ਼ ਦੀ ਆਬਾਦੀ ਆਪਦੀ ਰੋਜੀ ਰੋਟੀ ਲਈ ਖੇਤੀਬਾੜੀ ਤੇ ਨਿਰਭਰ ਹੈਗੀ, ਉਹਨੂੰ ਰਾਸ਼ਟਰੀ ਆਮਦਨ ਚੋਂ ਸਿਰਫ 16 ਦਿੱਤਾ ਜਾਂਦਾ ਹੈ। ਜੇ ਐਡੀ ਵੱਡੀ ਬੇਇਨਸਾਫੀ ਹੈਗੀ ਤਾਂ ਉਹਨੂੰ ਦੂਰ ਕਰਨ ਲਈ ਜਿਹੜੀਆਂ ਹੈਗੀ ਜਿਹੜੀ ਖੇਤੀਬਾੜੀ ਦੇ 50% ਲੋਕ ਨਿਰਭਰ ਹੈ, ਉਹਦੀਆਂ ਜਿਣਸਾਂ ਨੂੰ ਕੇਂਦਰ ਸਰਕਾਰ ਆਪ ਉਹਦੇ ਕੀਮਤਾਂ ਨਿਸ਼ਚਿਤ ਕਰੇ, ਆਪ ਉਹਦੀ ਪ੍ਰਕਿਉਰਮੈਂਟ ਕਰੇ। ਇਹ ਹੋ ਸਕਦਾ ਹੈ ਕਿ ਇਹਨੂੰ ਕਾਨੂੰਨੀ ਦਰਜਾ ਦੇਣਾ ਕੋਈ ਵੱਡੀ ਗੱਲ ਨਹੀਂ, ਇਹ ਦੇਣਾ ਬਣਦਾ ਹੈਗਾ, ਤਾਂ ਕਿ ਕੇਂਦਰ ਸਰਕਾਰ ਇਹਨਾਂ ਦੀਆਂ ਘੱਟੋ ਘੱਟ ਲੋੜਾਂ ਪੂਰੀਆਂ ਕਰਨ ਵੱਲ ਨੂੰ ਇਸ ਤੋਂ ਅੱਗੇ ਜਾ ਸਕੇ। ਬਿਲਕੁਲ। ਸਵਾਮੀਨਾਥਨ ਕਮਿਸ਼ਨ ਰਿਪੋਰਟ ਜਿਹੜੀ ਹੈ ਡਾਕਟਰ ਸਾਹਿਬ, ਉਹਨੂੰ ਬਣੀ ਨੂੰ ਤਾਂ ਕਾਫੀ ਚਿਰ ਹੋ ਚੁੱਕਿਆ। ਤੁਹਾਨੂੰ ਨਹੀਂ ਲੱਗਦਾ ਕਿ ਹੁਣ ਇੱਕ ਨਵੀਂ ਰਿਪੋਰਟ ਜਿਹੜੀ ਬਣਨੀ ਚਾਹੀਦੀ ਹੈ ਹੁਣ ਦੇ ਹਾਲਾਤਾਂ ਨੂੰ ਲੈ ਕੇ, ਖੇਤੀ ਦੇ ਹੁਣ ਦੇ ਧੰਦੇ ਨੂੰ ਲੈ ਕੇ, ਹੁਣ ਦੀਆਂ ਮੁਸ਼ਕਲਾਂ ਨੂੰ ਲੈ ਕੇ? ਸੁਖਵਿੰਦਰ ਜੀ, ਮੈਨੂੰ ਇਹ ਲੱਗਦਾ ਹੈ ਕਿ ਜੇ ਸਵਾਮੀਨਾਥਨ ਕਮਿਸ਼ਨ ਦੀ ਜਿਹੜੀ ਰਿਪੋਰਟ ਦੀ ਗੱਲ ਹੋ ਰਹੀ ਹੈ, ਪੂਰੀ ਰਿਪੋਰਟ ਤਾਂ ਲਾਗੂ ਇਹਨਾਂ ਨੇ ਕਈ ਕੀਤੀ ਉਹ ਨਹੀਂ ਹੈਗੀ, ਸਿਰਫ ਇੱਕ ਰਿਕਮੈਂਡੇਸ਼ਨ ਹੈ 11 ਚੋਂ। ਜੇ ਇਹ ਮੰਨ ਵੀ ਲਈ ਜਾਵੇ ਕਿ ਕਾਸਟ ਆਫ ਪ੍ਰੋਡਕਸ਼ਨ C2 + 50% ਪ੍ਰੋਫਿਟ, ਤਾਂ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਣ ਜਾ ਰਹੀਆਂ, ਕਿਉਂਕਿ ਕਿਸਾਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਇਹ ਉਹਨਾਂ ਦੀਆਂ ਬੁਨਿਆਦੀ ਲੋੜਾਂ ਦੀਆਂ ਨੇ। ਬੁਨਿਆਦੀ ਲੋੜਾਂ ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ ਸੰਭਾਲ, ਸਾਫ਼ ਵਾਤਾਵਰਨ ਅਤੇ ਸਮਾਜਿਕ ਸੁਰੱਖਿਆ 7 ਘੱਟੋ ਘੱਟ ਪਹਿਲੀਆਂ ਲੋੜਾਂ ਨੇ। ਜੇ ਉਹ ਪੂਰੀਆਂ ਕਰਨੀਆਂ ਨੇ, ਉਹ ਸਵਾਮੀਨਾਥਨ ਦੀ ਇਸ ਰਿਕਮੈਂਡੇਸ਼ਨ ਨਾਲ ਨਹੀਂ ਪੂਰੀਆਂ ਹੋਣੀਆਂ ਕਿ C2 + 50% ਪ੍ਰੋਫਿਟ। ਉਹਦਾ ਕਾਰਨ ਕੀ ਹੈ? ਸਾਰੇ ਦੇਸ਼ 'ਚ 68% ਤੋਂ ਵੱਧ ਕਿਸਾਨ ਉਹ ਆ ਜਿਨ੍ਹਾਂ ਕੋਲ 2.5 ਏਕੜ ਤੋਂ ਘੱਟ ਜ਼ਮੀਨ ਹੈ। 86% ਉਹ ਕਿਸਾਨ ਨੇ ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ। ਜੇ ਸਾਡੇ ਦੇਸ਼ 'ਚ 86% ਕਿਸਾਨ ਉਹ ਹੈ ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਆ, ਉਹਨਾਂ ਕੋਲ ਮੰਡੀ 'ਚ ਵੇਚਣ ਲਈ ਜਿਣਸ ਘੱਟ ਹੈ। ਜੇ ਕਾਸਟ ਆਫ ਪ੍ਰੋਡਕਸ਼ਨ + 50% ਦੇ ਵੀ ਦਿੱਤਾ ਜਾਵੇ, ਇਹ ਮੰਨ ਲਿਆ ਜਾਵੇ ਕਿ ਔਸਤ ਉਤਪਾਦਨ ਖਰਚਾ ਜਿਹੜਾ ਹੈਗਾ 1 ਲੱਖ ਰੁਪਈਆ ਹੈ, ਤਾਂ ਇੱਕ ਪਰਿਵਾਰ ਨੂੰ ਸਾਰੇ ਸਾਲ ਦਾ 50,000 ਰੁਪਇਆ ਪ੍ਰੋਫਿਟ ਮਿਲੂਗਾ, ਭਾਵ 4,000 ਕੁਛ 100 ਰੁਪਈਆ ਮਹੀਨੇ ਦਾ। ਜੇ 5 ਜੀਆਂ ਦਾ ਪਰਿਵਾਰ ਹੈ, 5 ਜੀਆਂ ਦੇ ਪਰਿਵਾਰ ਨੂੰ 800 ਕੁਛ ਰੁਪਏ ਮਿਲਣਗੇ, ਜਿਹੜੇ 28 ਰੁਪਏ ਤੋਂ ਵੀ ਉਹਨਾਂ ਦੀ ਆਮਦਨ ਘੱਟ ਬਣੂਗੀ ਪ੍ਰਤੀ ਦਿਨ। 28 ਰੁਪਏ ਦੇ ਵਿੱਚ ਕਿਵੇਂ ਮੁੱਢਲੀਆਂ ਲੋੜਾਂ ਪੂਰੀਆਂ ਹੋਣਗੀਆਂ? ਇਸ ਲਈ ਗੱਲ ਤਾਂ ਇਹ ਹੈਗੀ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਕਮੈਂਡੇਸ਼ਨ ਤਾਂ ਲਾਗੂ ਹੋ ਜਾਵੇ, ਉਹਦੇ ਨਾਲ ਘੱਟੋ ਘੱਟ ਕਿਸਾਨਾਂ ਦੀ ਮੰਡੀ 'ਚ ਹੁੰਦੀ ਲੁੱਟ ਅੱਜ ਬੰਦ ਹੋਊਗੀ। ਲੋੜ ਤਾਂ ਇਹ ਹੈਗੀ ਕਿ ਖੇਤੀਬਾੜੀ ਖੇਤਰ ਦਾ ਜਿਹੜਾ ਰਾਸ਼ਟਰੀ ਆਮਦਨ 'ਚੋਂ ਹਿੱਸਾ 16% ਹੈ, ਉਹਨੂੰ ਵਧਾ ਕੇ ਘੱਟੋ ਘੱਟ ਇੰਨਾ ਤਾਂ ਕੀਤਾ ਜਾਵੇ ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੋਣ। ਸੋ ਉਸ ਰਿਕਮੈਂਡੇਸ਼ਨ ਨੂੰ ਮੰਨਣ ਦੇ ਨਾਲ ਨਾਲ ਖੇਤੀਬਾੜੀ ਆਮਦਨ ਨੂੰ ਵਧਾਉਣ ਲਈ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਹੋਰ ਬਹੁਤ ਕੁਝ ਕਰਨਾ ਪਊਗਾ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ, ਇੱਕ APMC ਐਕਟ ਦੀ ਬੜੀ ਚਰਚਾ ਇਸ ਖੇਤੀ ਕਾਨੂੰਨਾਂ ਦੇ ਵਿਚਾਲੇ, ਉਹ ਕੀ APMC ਐਕਟ ਥੋੜਾ ਵਿਸਤਾਰ ਨਾਲ ਦੱਸੋ ਕਿ ਕਿਸ ਤਰ੍ਹਾਂ ਜਿਹੜਾ ਉਹ ਕਿਸ ਤਰ੍ਹਾਂ ਬਣਦਾ, ਦੇਖੋ ਕੀ ਇਹਦਾ ਕੀ ਲਾਗਤ ਹੈ? ਜਿਹੜੇ APMC ਐਕਟ ਹੈ ਉਹਦੇ ਮੁਤਾਬਕ ਜਿਹੜੇ ਖੇਤੀਬਾੜੀ ਜਿਣਸਾਂ ਨੇ ਉਹ APMC ਮੰਡੀਆਂ 'ਚ ਵਿਕਣਗੀਆਂ ਅਤੇ ਉੱਥੇ ਐਗਰੀਕਲਚਰ ਮਾਰਕੀਟਿੰਗ ਫੀਸ ਜਾਂ ਹੋਰ ਜਿਹੜੇ ਕਰ ਨੇ, ਜਿਵੇਂ ਪੰਜਾਬ 'ਚ ਰੂਰਲ ਏਰੀਆ ਡਿਵੈਲਪਮੈਂਟ ਫੰਡ ਹੈ ਜਾਂ ਉਹਦੇ ਕੋਈ ਸੈਸ ਲਾਇਆ ਗਿਆ ਹੈਗਾ ਜਾਂ ਕੋਈ ਸਰਚਾਰਜ ਲਾਇਆ ਗਿਆ, ਉਹ ਸਾਰੇ ਖਰੀਦਦਾਰ ਨੂੰ ਦੇਣੇ ਪੈਣਗੇ। ਅਤੇ ਉਹਦਾ ਇੱਕ ਬਹੁਤ ਖੂਬਸੂਰਤੀ ਇਹ ਵੀ ਹੈਗੀ, ਜਿਹੜੇ ਖਰੀਦਣ ਵਾਲੇ ਨੇ ਉਹਦੇ ਰਜਿਸਟ੍ਰੇਸ਼ਨ ਹੋਊਗੀ ਤੇ ਜਿਹੜਾ ਉੱਥੋਂ ਸਮਾਨ ਖਰੀਦਿਆ ਗਿਆ ਹੈ ਉਹਦਾ ਸਾਰੇ ਦਾ ਰਿਕਾਰਡ ਹੋਊਗਾ ਕਿ ਕਿੱਥੇ ਹੈ। ਜਿਹੜੀ ਖੇਤੀਬਾੜੀ ਜਿਣਸਾਂ ਅੱਜ ਜੇ ਪ੍ਰਾਈਵੇਟ ਮੰਡੀਆਂ 'ਚ ਕਰ ਦਿੰਦੇ ਆ, ਉਹ ਖਰੀਦ ਕੇ ਆਪਦਾ ਸਟੋਰ ਕਰ ਲੈਂਦੇ ਨੇ, ਕੱਲ੍ਹ ਨੂੰ ਦੇਸ਼ 'ਚ ਡਰਾਟ ਪੈਂਦਾ ਹੈਗਾ, ਸੋਕਾ ਪੈ ਜਾਂਦਾ ਤੇ ਲੋੜ ਹੈ, ਲੋਕ ਅਨਾਜ ਕਹਿੰਦੇ ਉਹ ਭੁੱਖ ਮਰ ਰਹੇ ਨੇ, ਉਹਦਾ ਰਿਕਾਰਡ ਕਿੱਥੇ ਹੋਊਗਾ? ਨਾ APMC ਮੰਡੀਆਂ ਵਾਲਾ ਪੂਰਾ ਰਿਕਾਰਡ ਹੋਊਗਾ ਤੇ ਕੇਂਦਰ ਸਰਕਾਰ ਉੱਥੋਂ ਦਾ ਰਿਕਾਰਡ ਦੇ ਮੁਤਾਬਕ ਉਹ ਲੈ ਸਕਦੀ ਹੈ ਤੇ ਲੋਕਾਂ ਦੀ ਜਾਨਾਂ ਨੂੰ ਬਚਾ ਸਕਦੀ ਹੈ। ਇਸ ਲਈ APMC ਮੰਡੀਆਂ 'ਚ ਨਾਲੇ ਤਾਂ ਸਰਕਾਰ ਦੀ ਆਮਦਨ ਹੈ, ਨਾਲੇ ਰੂਰਲ ਏਰੀਆ ਡਿਵੈਲਪਮੈਂਟ ਫੰਡ ਹੈ ਜਾਂ ਹੋਰ ਵੀ ਹੈਗੇ, ਇਹਦੇ ਤੇ ਪੱਲੇਦਾਰਾਂ ਦੀ, ਆੜ੍ਹਤੀਆਂ ਦੀ, ਹੋਰ ਮਜ਼ਦੂਰਾਂ ਦੀ, ਢੋਆ ਢਾਈ ਕਰਨ ਵਾਲਿਆਂ ਦਾ ਸਾਰਿਆਂ ਦਾ ਰੁਜ਼ਗਾਰ ਜਿਹੜਾ ਹੈਗਾ ਇਹ ਤੇ ਨਿਰਭਰ ਕਰਦਾ ਹੈਗਾ। ਤੇ APMC ਮੰਡੀਆਂ 'ਚ ਇਹ ਵੀ ਹੈਗਾ ਕਿ ਕਿਸਾਨਾਂ ਦੇ ਨਾਲ ਜੇ ਕੋਈ ਹੇਰਾਫੇਰੀ ਹੁੰਦੀ ਹੈ ਤਾਂ ਉਹਨੂੰ ਚੈੱਕ ਕਰਨ ਲਈ ਵੀ ਇੱਕ ਸਿਸਟਮ ਹੈਗਾ। ਤੇ ਇਹਦੇ ਨਾਲ ਨਾਲ ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦਾ 2020-21 ਦਾ ਅਨੁਮਾਨਿਤ ਆਮਦਨ ਹੈ ਜਿਹੜੀ APMC ਮੰਡੀਆਂ ਦੀ 3900 ਕਰੋੜ ਰੁਪਇਆ ਹੈਗਾ। 3900 ਕਰੋੜ ਰੁਪਏ ਚੋਂ
ਅੱਧ ਭਾਵ 2000 ਕਰੋੜ ਰੁਪਇਆ ਰੂਰਲ ਏਰੀਆ ਡਿਵੈਲਪਮੈਂਟ ਫੰਡ ਹੈ, ਜਿਹਦੇ ਨਾਲ ਜਿਹੜਾ ਪੰਜਾਬ ਇੱਕੋ ਇੱਕ ਸਟੇਟ ਹੈ ਇੰਡੀਆ ਦੀ ਜਿਹਦਾ ਹਰੇਕ ਪਿੰਡ ਮੇਨ ਰੋਡ ਨਾਲ ਜੁੜਿਆ, ਲਿੰਕ ਰੋਡ ਨਾਲ। ਜਿਹੜੀ ਲਿੰਕ ਰੋਡ ਆ ਉਹਨੂੰ ਬਣਾਉਣ ਦਾ ਤੇ ਉਹਦੀ ਮੇਨਟੇਨੈਂਸ ਦਾ, ਪਿੰਡਾਂ ਦੀਆਂ ਗਲੀਆਂ ਨਾਲੀਆਂ ਦਾ, ਹੋਰ ਡਿਵੈਲਪਮੈਂਟ ਦੇ ਜਿਹੜੇ ਕੰਮ ਨੇ ਉਹ ਸਾਰੇ ਰੂਰਲ ਏਰੀਆ ਡਿਵੈਲਪਮੈਂਟ ਤੋਂ ਹੋ ਰਹੇ ਨੇ। ਇਸ ਲਈ ਰੂਰਲ ਏਰੀਆ ਡਿਵੈਲਪਮੈਂਟ ਫੰਡ ਵੀ ਜਾਊਗਾ, ਇਹ ਐਗਰੀਕਲਚਰ ਮਾਰਕੀਟਿੰਗ ਫੀਸ ਜਾਣ ਨਾਲ ਐਗਰੀਕਲਚਰ ਮਾਰਕੀਟਿੰਗ ਸਟਰਕਚਰ ਵੀ ਜਾਊਗੀ। ਉਹਦੇ ਨਾਲ ਫਿਰ ਜਿਹੜਾ ਵੱਡਾ ਨੁਕਸਾਨ ਹੈ ਜਦ ਉਹ ਜਾਣਗੇ ਤਾਂ ਫਿਰ ਇਹ ਕਹਿ ਦਿੱਤਾ ਜਾਊਗਾ ਕਿ ਇਹਨਾਂ ਮੰਡੀਆਂ ਤੇ ਲੋੜ ਨਹੀਂ, ਨਿੱਜੀ ਮੰਡੀਆਂ ਆਉਣਗੀਆਂ। ਨਿੱਜੀ ਮੰਡੀਆਂ 'ਚ ਜੋ ਕੁਛ ਅੱਜ ਹੋ ਰਿਹਾ ਹੈ ਉਹ ਬਿਹਾਰ ਦੀ ਐਗਜ਼ਾਮਪਲ ਹੈ ਜਾਂ ਬਾਕੀ ਦੁਨੀਆ ਦਾ ਐਗਜ਼ਾਮਪਲ ਹੈ। ਉਹ 'ਚ ਕਿਸਾਨ ਉਜਾੜਿਆ ਜਾਊਗਾ, ਦੁਰਕਾਰਿਆ ਜਾਊਗਾ ਤੇ ਮੁੜ ਕੇ ਕਾਰਪੋਰੇਸ਼ਨ ਦਾ ਕਬਜ਼ਾ ਕਰਾਉਣ ਲਈ ਜਿਹੜਾ ਰਾਹ ਪੱਧਰਾ ਕੀਤਾ ਜਾ ਰਿਹਾ ਉਹ ਬਹੁਤ ਸੌਖਾ ਹੋ ਜਾਊਗਾ। ਇੱਕ ਡਾਕਟਰ ਸਾਹਿਬ ਇਹਦੇ ਸਭ ਦੇ ਵਿਚਾਲੇ WTO ਦਾ ਰੋਲ ਕੀ ਹੈ? WTO ਤੇ ਵੀ ਬੜੇ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਦੇਖੋ WTO ਦੀ ਗੱਲ ਇਹ ਹੈਗੀ ਕਿ ਜਦੋਂ ਤੋਂ ਕੈਪੀਟਲਿਸਟ ਵਰਲਡ ਜਿਹੜਾ ਹੈਗਾ ਇਹ ਮੁੜ ਕੇ ਰੀਮਰਜ ਕੀਤਾ ਕਾਰਪੋਰੇਟ ਵਰਲਡ ਦੇ ਵਿੱਚ, ਤੇ ਪਹਿਲਾਂ ਤਾਂ ਜਦੋਂ ਗ੍ਰੇਟ ਡਿਪਰੈਸ਼ਨ ਹੈ 1930 ਦਾ, ਤਾਂ ਉਸ ਤੋਂ ਬਾਅਦ ਤਾਂ ਫਿਰ ਕੇਂਜ ਦੇ ਸੁਝਾਅ ਮੰਨਦੇ ਹੋਏ ਮਿਕਸਡ ਇਕੋਨਮੀਜ਼ ਹੋਣ ਚ ਆਈਆਂ। ਪਰ ਮੁੜ ਕੇ ਸਿਰਫ ਕੈਪੀਟਲਿਸਟ ਵਰਲਡ ਨੂੰ ਅਮਰਜ ਕੀਤਾ, ਕਾਰਪੋਰੇਟ ਵਰਲਡ ਅਮਰਜ ਕਰ ਗਿਆ। ਤੇ ਕਾਰਪੋਰੇਟ ਵਰਲਡ ਅਮਰਜ ਕਰਨ ਨਾਲ ਜਿਹੜੀਆਂ ਕੌਮਾਂਤਰੀ ਵਿੱਤੀ ਸੰਸਥਾਵਾਂ ਨੇ, ਜਿਵੇਂ ਇੰਟਰਨੈਸ਼ਨਲ ਮੋਨਟਰੀ ਫੰਡ ਹੈ, ਵਰਲਡ ਬੈਂਕ ਹੈ, ਫਿਰ 1995 ਚ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਣੀ। ਇਹ ਇਸ ਤਰ੍ਹਾਂ ਬਣਾਈਆਂ ਗਈਆਂ ਨੇ ਕਿ ਸਾਰੀ ਜਿਹੜੀ ਐਗਰੀਕਲਚਰ ਦੀ ਮਾਰਕੀਟ ਹੈ ਉਹ ਤੇ ਗਲਬਾ ਜਿਹੜਾ ਹੈਗਾ ਕਾਰਪੋਰੇਸ਼ਨਾਂ ਦਾ ਹੋ ਸਕੇ। ਉਹ 'ਚ ਸਬਸਿਡੀਆਂ ਜਿਹੜੇ ਡਿਵੈਲਪਿੰਗ ਕੰਟਰੀ ਹੈ ਜਿਹ 'ਚ ਅਸੀਂ ਵੀ ਆਉਂਦੇ ਹਾਂ, ਤੇ ਉਹਨਾਂ ਲਈ ਸਬਸਿਡੀਆਂ ਬਹੁਤ ਘੱਟ ਰੱਖੀਆਂ ਗਈਆਂ ਨੇ। ਚੋਰ ਮੋਰੀ ਵਾਲੀਆਂ ਸਬਸਿਡੀਆਂ ਹਾਈਲੀ ਡਿਵੈਲਪ ਕੰਟਰੀ ਨੂੰ ਬਹੁਤ ਜ਼ਿਆਦਾ ਦਿੱਤੀਆਂ ਗਈਆਂ ਨੇ। ਇਸ ਕਰਕੇ ਜਿਹੜੇ ਹਾਈਲੀ ਡਿਵੈਲਪ ਕੰਟਰੀ ਦਾ ਜਿਹੜਾ ਆਪਦਾ ਐਗਰੀਕਲਚਰ ਪ੍ਰੋਡਿਊਸ ਆ ਉਹ ਇੰਟਰਨੈਸ਼ਨਲ ਮਾਰਕੀਟ 'ਚ ਲਿਆ ਕੇ ਉੱਥੋਂ ਦੇ ਐਗਰੀਕਲਚਰ ਸੈਕਟਰ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਤੇ ਆਪਦੇ ਵਪਾਰ 'ਚੋਂ ਪੈਸਾ ਕਮਾਉਂਦੀਆਂ ਨੇ। ਸੋ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜਾ ਹੈਗਾ ਉਹਦੇ ਬਾਰੇ ਜਦੋਂ ਬਣਾਇਆ ਗਿਆ, ਜਦ ਆਪਾਂ ਮੈਂਬਰ ਬਣਨਾ ਸੀ, ਤਾਂ ਸਾਡੀਆਂ ਕੁਛ ਇੱਕ ਕਿਸਾਨ ਜਥੇਬੰਦੀਆਂ ਤੇ ਅਖੌਤੀ ਬੁੱਧੀਜੀਵੀ ਵੀ ਇਹ ਗਏ ਸੀ ਕਿ ਸਾਡੇ ਕਿਸਾਨ ਬਾਹਰਲੀਆਂ ਦੇਸ਼ਾਂ 'ਚ ਮਾਲ ਵੇਚ ਕੇ ਮਾਲੋ ਮਾਲ ਹੋਣਗੇ। ਉਹ ਐਡੀ ਵੱਡੀ ਮਾਰਕੀਟ ਹੈ ਕਿ ਉੱਥੇ ਵੱਡੇ ਤੋਂ ਵੱਡਾ ਕਿਸਾਨ ਵੀ ਨਹੀਂ ਠਹਿਰ ਸਕਦਾ, ਉਹ ਤਾਂ ਕਾਰਪੋਰੇਸ਼ਨਾਂ ਦੇ ਵੱਡੀਆਂ ਕੰਪਨੀਆਂ ਦਾ ਰੌਲਾ ਹੈਗਾ। ਸੋ ਉਹਦੇ ਵਿੱਚੋਂ ਜਿਹੜਾ ਪ੍ਰੈਸ਼ਰ ਸਾਡੇ ਤੇ ਪੈ ਰਿਹਾ ਉਹ ਪ੍ਰੈਸ਼ਰ ਹੈ ਕਿ ਅਸੀਂ ਖੇਤੀਬਾੜੀ ਸਬਸਿਡੀਆਂ ਨੂੰ ਘਟਾਈਏ, ਖੇਤੀਬਾੜੀ ਤੇ ਜਿਹੜੀ ਨਿਰਭਰ ਵਸੂਆਂ ਉਹਨੂੰ ਇੱਥੋਂ ਕੱਢ ਕੇ ਇੰਡਸਟਰੀ 'ਚ ਸਸਤੀ ਲੇਬਰ ਦੇ ਤੌਰ ਤੇ ਉੱਥੇ ਲੈ ਕੇ ਜਾਈਏ, ਤੇ ਕੁੱਲ ਮਿਲਾ ਕੇ ਖੇਤੀਬਾੜੀ ਖੇਤਰ ਜਿਹੜੀ ਸਾਡੀ ਮਨੁੱਖਤਾ ਦੀ ਜੀਵਨ ਰੇਖਾ ਹੈ ਉਹਤੇ ਕਬਜ਼ਾ ਕਾਰਪੋਰੇਸ਼ਨਾਂ ਦਾ ਕਰਾਈਏ। ਜੀ ਡਾਕਟਰ ਸਾਹਿਬ, ਜੇ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਸਮਝੀਏ ਤਾਂ ਅੰਬਾਨੀ ਤੇ ਅਡਾਨੀ ਜੇਕਰ ਪੰਜਾਬ ਜਾਂ ਕਿਸਾਨੀ ਦੇ ਵਿੱਚ ਦਖਲਅੰਦਾਜ਼ੀ ਕਰਦੇ ਨੇ ਤਾਂ ਕਿਸ ਤਰ੍ਹਾਂ ਦੀ ਆਪਾਂ ਮੰਨੀਏ ਕਿ ਕਿਸ ਤਰ੍ਹਾਂ ਦੀ ਲੁੱਟ ਹੋ ਸਕਦੀ ਹੈ, ਜਿਹਦਾ ਡਰ ਜਿਹੜਾ ਕਿਸਾਨਾਂ ਨੂੰ ਅੱਜ ਹੀ ਸਤਾ ਰਿਹਾ ਵੀ ਜੇਕਰ ਕੱਲ ਨੂੰ ਇਹ ਆਉਂਦੇ ਨੇ ਤਾਂ ਸਾਨੂੰ ਇਸ ਤਰ੍ਹਾਂ ਲੁੱਟਿਆ ਜਾ ਸਕਦਾ? ਸਿੱਧੇ ਸ਼ਬਦਾਂ ਵਿੱਚ ਦੱਸੋ। ਦੇਖੋ, ਇੱਕ ਲੁੱਟ ਹੈ, ਇੱਕ ਅਨਾਜ ਸੁਰੱਖਿਆ, ਦੋ ਰੌਲੇ ਨੇ। ਅਡਾਨੀ ਅਬਾਨੀ ਦਾ ਰੌਲਾ ਕੋਈ ਵੀ ਕਾਰਪੋਰੇਸ਼ਨ ਹੈ, ਅਡਾਨੀ ਅਬਾਨੀ ਤਾਂ ਆਏ ਰਹੇ ਨੇ, ਉਹਨਾਂ ਨਾਲ ਹੋਰ ਵੀ 10 ਕਾਰਪੋਰੇਸ਼ਨਾਂ ਆਉਣਗੀਆਂ। ਜੇ ਉਹ ਆਉਂਦੇ ਨੇ, ਇਹ ਪਹਿਲਾਂ ਤਾਂ APMC ਮੰਡੀਆਂ ਨੂੰ ਖਤਮ ਕਰਨ ਲਈ ਜਿਹੜਾ ਹੈਗਾ ਉਹ ਥੋੜ੍ਹੇ ਜਿਹੇ ਪੈਸੇ ਵੱਧ ਦੇ ਸਕਦੇ ਆ। ਕਿਉਂ? ਜੇ ਅੱਜ ਦਾ ਕੇਂਦਰ ਸਰਕਾਰ ਇਸ ਸੰਘਰਸ਼ ਅੱਗੇ ਝੁਕ ਰਹੀ ਹੈ, ਮੰਨਦੀ ਹੈ ਕਿ ਉਹਦੇ ਖਰਚੇ ਪਾਵਾਂਗੇ, ਜਿਹੜੇ ਪਹਿਲੇ ਲਾਅ ਨੇ ਉਹਦੇ ਮੁਤਾਬਕ ਤਾਂ ਉਹਨਾਂ ਦੇ ਕੋਈ ਖਰਚਾ ਨਹੀਂ ਪੈਣਾ, ਉਹਦੇ ਵਿੱਚੋਂ ਵੀ ਦੇ ਸਕਦੇ ਆ। ਜਾਂ ਇਹਨਾਂ ਦੀਆਂ ਜੇਬਾਂ ਇੰਨੀਆਂ ਵੱਡੀਆਂ ਨੇ ਉਹ ਚੋਂ ਕੋਲੋਂ ਵੀ ਥੋੜੇ ਦੇਰ ਲਈ ਪੈਸੇ ਦੇ ਸਕਦਾ। APMC ਮੰਡੀਆਂ ਨੂੰ ਖਤਮ ਕਰਨ ਤੋਂ ਬਾਅਦ ਫਿਰ ਇਹ ਬਿਹਾਰ ਵਰਗੀ ਹਾਲਤ ਕਰਨਗੇ, ਇਹ ਅੱਧੀਆਂ ਕੀਮਤਾਂ ਤੇ ਇਹ ਜਿਣਸਾਂ ਖਰੀਦੀਆਂ ਜਾਣਗੀਆਂ ਜਾਂ ਅੱਧੀਆਂ ਕੀਮਤਾਂ ਖਰੀਦੀਆਂ ਜਾਣਗੀਆਂ, ਕਿਸਾਨ ਇੱਥੋਂ ਉੱਜੜਨਗੇ। ਉੱਜੜਨ ਤੋਂ ਬਾਅਦ ਜਿਹੜਾ ਜ਼ਮੀਨ ਤੇ ਕਬਜ਼ਾ ਹੈ ਉਧਰ ਤਿਆਰੀ ਹੈ ਕਾਰਪੋਰੇਟ ਫਾਰਮਿੰਗ ਵੱਲ ਦੀ। ਇੱਥੋਂ ਤੱਕ ਕਿ ਨੀਤੀ ਆਯੋਗ ਵੀ ਸੂਬਾ ਸਰਕਾਰਾਂ ਨੂੰ ਲਿਖ ਚੁੱਕਿਆ ਕਿ ਤੁਸੀਂ ਵੱਡੇ ਫਾਰਮ ਬਣਾਓ, ਤੇ ਵਾਰ-ਵਾਰ ਜਿਹੜਾ ਹੈਗਾ ਹੋਰ ਜਿਹੜੇ ਪਾਲਿਸੀ ਮੇਕਰ ਹੈ ਉਧਰੋਂ ਸੁਝਾਅ ਆ ਰਿਹਾ ਕਿ ਵੱਡੇ ਫਾਰਮ ਕਾਰਪੋਰੇਸ਼ਨ ਬਣਾ ਕੇ ਦਿੱਤੇ ਜਾਣ, ਤੇ ਕਾਰਪੋਰੇਸ਼ਨਾਂ ਆਪ ਵੀ ਉਧਰ ਵੱਧ ਰਹੀਆਂ ਨੇ। ਇਹਦਾ ਇੱਕ ਕਿਸਾਨੀ ਸੰਘਰਸ਼ ਆ ਗਿਆ ਜਿਹਨੇ ਲੋਕਾਂ ਨੂੰ ਜਗਾਇਆ ਹੈਗਾ ਕਿ ਇਹਦੇ ਨਾਲ ਜਿਹੜੀ 50% ਵਸੋਂ ਤੇ ਨਿਰਭਰ ਹੈ, ਦੂਜੇ ਪਾਸੇ ਸਾਡੇ ਕੋਲ ਰੁਜ਼ਗਾਰ ਦੇ ਸਾਧਨ ਨਹੀਂ, ਉਹਨਾਂ ਨੂੰ ਅਸੀਂ ਲੈ ਕੇ ਕਿੱਥੇ ਜਾਵਾਂਗੇ। ਤੇ ਇੱਕ ਇਹਦੇ ਬਰਾਬਰ ਦਾ ਖਤਰਾ ਹੈਗਾ ਅਨਾਜ ਸੁਰੱਖਿਆ ਦਾ। ਅੱਜ ਸਾਡੇ ਕੋਲ ਜਿਸ ਤਰ੍ਹਾਂ ਦੀ ਵੀ ਹੈ ਅਨਾਜ ਸੁਰੱਖਿਆ ਹੈਗੀ, ਭਾਵੇਂ ਲੋਕਾਂ ਦੀ ਖਰੀਦ ਸ਼ਕਤੀ ਘੱਟ ਹੋਣ ਕਰਕੇ ਜਿਹੜੀ ਅਨਾਜ ਸੁਰੱਖਿਆ ਉਨੀ ਪੂਰੀ ਨਹੀਂ ਹੈਗੀ। ਜੇ ਪੂਰੀ ਅਨਾਜ ਖਰੀਦ ਸ਼ਕਤੀ ਦੇ ਦਈਏ ਸ਼ਾਇਦ ਹੋਰ ਅਨਾਜ ਦੀ ਵੀ ਲੋੜ ਪਵੇ, ਪਰ ਅੱਜ ਜਿੰਨੀ ਖਰੀਦ ਸ਼ਕਤੀ ਹੈ ਉਹ ਸਾਡੇ ਕੋਲ ਅਨਾਜ ਹੈਗਾ। ਪਰ ਜਦੋਂ ਕੱਲ ਨੂੰ ਅਡਾਨੀ ਅਬਾਨੀ ਜਾਂ ਹੋਰ ਕਾਰਪੋਰੇਸ਼ਨਾਂ ਆਉਣਗੀਆਂ ਤਾਂ ਉਹਦੇ ਨਾਲ ਉਹ ਕਿਹੜੀਆਂ ਫਸਲਾਂ ਬੀਜਣਗੇ ਜਾਂ ਉਗਾਉਣਗੇ ਜਾਂ ਲਾਉਣਗੇ, ਉਹ ਉਧਰ ਜਾਣਗੇ
ਜਿੱਥੇ ਉਹਨਾਂ ਨੂੰ ਕੌਮਾਂਤਰੀ ਅਤੇ ਰਾਸ਼ਟਰੀ ਮੰਡੀ 'ਚ ਵੱਧ ਤੋਂ ਵੱਧ ਨਫਾ ਹੋਊਗਾ, ਉਹ ਕਿਉਂ ਧਾਨ ਅਤੇ ਜਿਹੜਾ ਹੈਗਾ ਕਣਕ ਦੀ ਖੇਤੀ ਵੱਲ ਜਾਣਗੇ। ਸੋ ਸਾਡੀ ਅਨਾਜ ਸੁਰੱਖਿਆ ਵੀ ਖਤਰੇ 'ਚ ਪੈ ਜੂਗੀ। 1960 'ਚ ਅਸੀਂ PL 480 ਥੱਲੇ ਅਮਰੀਕਾ ਦੀਆਂ ਸ਼ਰਤਾਂ ਮੰਨ ਕੇ ਅਨਾਜ ਮੰਗਵਾ ਰਹੇ ਸੀ, ਪਰ ਉਸ ਮੌਕੇ ਸਾਡੀ ਜਿਹੜੀ ਆਬਾਦੀ ਆ ਉਹ 44 ਕਰੋੜ ਤੋਂ ਘੱਟ ਸੀ, ਕਿਉਂਕਿ ਸਾਡੀ 44 ਕਰੋੜ ਆਬਾਦੀ ਹੁੰਦੀ ਹੈ 1971 'ਚ। ਅੱਜ ਤਾਂ ਸਾਡੀ ਆਬਾਦੀ 135 ਕਰੋੜ ਦੇ ਲਵੇ ਲਾਉਣੇ ਆ। ਇਹ ਇੰਨੀ ਜਨਸੰਖਿਆ ਲਈ ਅਸੀਂ ਕਿੱਥੋਂ ਅਨਾਜ ਮੰਗਾਵਾਂਗੇ। ਜਿਹੜਾ ਅੱਜ ਸਸਤੀ ਇੰਪੋਰਟ ਦੀ ਗੱਲ ਕੀਤੀ ਜਾ ਰਹੀ ਹੈ ਕਿ ਕੌਮਾਂਤਰੀ ਮੰਡੀ 'ਚ ਕੀਮਤਾਂ ਘੱਟ ਹੈ, ਜਦੋਂ 135 ਕਰੋੜ ਲੋਕਾਂ ਲਈ ਉਹ ਅਨਾਜ ਮੰਗਵਾਉਣਾ ਹੋਇਆ, ਉਹਦੀਆਂ ਕੀਮਤਾਂ ਅਸਮਾਨ ਨੂੰ ਲੱਗ ਜਾਣਗੀਆਂ, ਸਾਡੇ ਲੋਕ ਭੁੱਖੇ ਮਰ ਜਾਣਗੇ ਤੇ ਅਸੀਂ ਜੀ ਨਹੀਂ ਸਕਾਂਗੇ। ਸੋ ਅਨਾਜ ਸੁਰੱਖਿਆ ਵਾਲਾ ਖਤਰਾ ਵੀ ਬਹੁਤਾ ਵੱਡਾ ਹੈਗਾ। ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਹੈ, ਇਹ ਦੱਸੋ ਕਿ ਪੰਜਾਬ ਦੀ ਜ਼ਮੀਨ ਜਿਹੜੀ ਹੈ ਉਹ ਵਧੇਰੇ ਉਪਜਾਊ ਹੈ, ਇਹਦੇ ਉੱਤੇ ਜਿਹੜੀ ਕਾਰਪੋਰੇਟ ਦੀ ਅੱਖ ਹੈ, ਉਹ ਕਹਿੰਦੇ ਨੇ ਕਿ ਬਦਲਵੀਂ ਫਸਲ ਜਿਹੜੀ ਹੈ, ਫਸਲੀ ਵਿਭਿੰਨਤਾ ਦੀ ਗੱਲ ਜਿਵੇਂ ਹੁੰਦੀ ਹੈ, ਕੋਈ ਬਦਲਵੇਂ ਜਿਹੜੇ ਸੋਰਸ ਜਿਹੜੇ ਨੇ ਉੱਥੇ ਪੈਦਾ ਕਰਕੇ ਉੱਥੋਂ ਵੱਧ ਕਮਾਇਆ ਜਾ ਸਕਦਾ। ਕਿਸਾਨ ਉਹ ਲਾਹਾ ਨਹੀਂ ਲੈ ਰਹੇ, ਝੋਨੇ ਤੇ ਕਣਕ ਦੇ ਵਿੱਚ ਹੀ ਫਸੇ। ਲੱਗਦਾ ਕਿ ਕਿੱਥੇ ਲਾਹਾ, ਕਿਸਾਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ। ਕਿਸਾਨ ਉਹ ਲਾਹਾ ਖੁਦ ਲੈ ਸਕਦੇ ਨੇ ਜਿਹੜਾ ਕਾਰਪੋਰੇਟ ਵਾਲੇ ਲੈਣਾ ਚਾਹੁੰਦੇ ਨੇ। ਸੁਖਵਿੰਦਰ ਜੀ, ਗੱਲ ਜਿਹੜੀ ਹੈਗੀ ਫਸਲੀ ਵਿਭਿੰਨਤਾ ਦੀ, ਜਦੋਂ ਤੱਕ ਦੇਸ਼ ਅਨਾਜ ਪਦਾਰਥਾਂ 'ਚ ਭਾਰੀ ਥੋੜ੍ਹਾ ਦਾ ਸਾਹਮਣਾ ਨਹੀਂ ਕਰ ਰਿਹਾ ਸੀ, ਅਸੀਂ PL 480 ਥੱਲੇ ਨਹੀਂ ਮੰਗਾ ਰਹੇ ਸੀ। ਸਾਡੀ ਵਰਗੇ ਦੀ ਫਸਲੀ ਵਿਭਿੰਨਤਾ ਸਾਰੇ ਦੇਸ਼ 'ਚ ਕਿਤੇ ਵੀ ਨਹੀਂ ਸੀ ਹੈਗੀ। ਸਾਡੇ ਕੋਲ ਹਾੜੀ ਦੀਆਂ ਫਸਲਾਂ, ਸਾਡੇ ਕੋਲ ਸਾਉਣੀ ਦੀਆਂ ਫਸਲਾਂ ਇੰਨੀਆਂ ਸੀ ਕਿ ਜਿੱਧਰ ਨੂੰ ਜਾਂਦੇ ਸੀ ਸਾਡੇ ਸੂਬੇ 'ਚੋਂ ਉਹਦੀ ਖੁਸ਼ਬੂ ਆਉਂਦੀ ਸੀ। ਧਰਤੀ ਵਾਲਾ ਪਾਣੀ ਬਹੁਤ ਠੀਕ ਲੈਵਲ ਤੇ ਸੀ ਤੇ ਮਿੱਠਾ ਪਾਣੀ ਸੀ, ਤੇ ਸਾਡਾ ਵਾਤਾਵਰਨ ਚੰਗਾ ਸੀ, ਸਾਰਾ ਕੁਝ ਚੰਗਾ ਸੀ। ਜੇ ਸਾਡੀ ਫਸਲੀ ਵਿਭਿੰਨਤਾ ਖੋਈ ਗਈ ਹੈ, ਉਹ ਸਿਰਫ ਦੇਸ਼ ਦੇ ਕੇਂਦਰੀ ਅਨਾਜ ਭੰਡਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਖੋਈ ਗਈ ਹੈ। ਜਿਹੜੀਆਂ ਕਾਰਪੋਰੇਸ਼ਨਾਂ ਆਉਣਗੀਆਂ ਉਹ ਸਾਨੂੰ ਕੀ ਫਸਲੀ ਵਿਭਿੰਨਤਾ ਦੇਣਗੀਆਂ? ਉਹ ਤਾਂ ਉਹ ਫਸਲਾਂ ਬੀਜਣਗੀਆਂ, ਲਾਉਣਗੀਆਂ ਜਾਂ ਬਜਵਾਉਣਗੀਆਂ ਜਿਨ੍ਹਾਂ 'ਚ ਉਹਨਾਂ ਨੂੰ ਨਫਾ ਹੋਊਗਾ। ਉਹਦੇ ਨਾਲ ਵਾਤਾਵਰਨ ਚੰਗਾ ਹੋਵੇ, ਵਾਤਾਵਰਨ ਮਾੜਾ ਹੋਵੇ, ਭੂਮੀ ਦੀ ਜਿਹੜੀ ਸਿਹਤ ਹੈ ਉਹ ਸਦਾ ਲਈ ਜਾਂਦੀ ਰਹੇ ਜਾਂ ਕਮਜ਼ੋਰ ਹੋਵੇ, ਉਹਨਾਂ ਨੂੰ ਇਹਦਾ ਕੋਈ ਫਰਕ ਨਹੀਂ ਪੈਣਾ ਹੈਗਾ। ਸਗੋਂ ਜੇ ਫਸਲੀ ਵਿਭਿੰਨਤਾ ਲਿਆਉਣੀ ਹੈ, ਵਾਤਾਵਰਨ ਨੂੰ ਬਚਾਉਣਾ ਹੈ, ਤਾਂ ਇਕੱਲਾ ਪੰਜਾਬ ਨਹੀਂ, ਪੂਰੇ ਦੇਸ਼ 'ਚ ਐਗਰੋ ਕਲਾਈਮੇਟ ਜ਼ੋਨਿੰਗ ਕਰਕੇ ਜਿੱਥੇ ਜਿਹੜੀ ਫਸਲ ਕੁਦਰਤੀ ਤੌਰ ਤੇ ਵਧੀਆ ਹੋ ਸਕਦੀ ਹੈ, ਉਹ ਫਸਲਾਂ ਉਗਵਾਈਆਂ, ਲਵਾਈਆਂ ਜਾਂ ਬਜਵਾਈਆਂ ਜਾਣ, ਅਤੇ ਉਹਨਾਂ ਦੀ ਮੰਡੀਕਰਨ ਭਾਵ ਉਹਨਾਂ ਦੀ ਖਰੀਦਦਾਰੀ ਕੇਂਦਰ ਸਰਕਾਰ ਉੱਥੋਂ ਯਕੀਨੀ ਬਣਾਵੇ। ਇਹਦੇ ਨਾਲ ਸਾਡਾ ਵਾਤਾਵਰਨ ਬਚੂਗਾ, ਸਾਡਾ ਧਰਤੀ ਵਾਲਾ ਪਾਣੀ ਬਚੂਗਾ, ਤੇ ਸਾਰਾ ਜਿਹੜਾ ਹੈਗਾ ਫਸਲੀ ਵਿਭਿੰਨਤਾ ਹੋ ਕੇ ਲੋਕ ਸੁਖੀ ਬਸਣਗੇ। ਜੀ ਬਿਲਕੁਲ, ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਹਾਂ, ਤੁਹਾਡਾ ਸ਼ੁਕਰੀਆ ਜੀ।